ਭਾਰਤੀ ਪਰੰਪਰਾ ਵਿੱਚ ਇਸਤਰੀ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ। ਅੱਧੇ ਹਿੱਸੇ 'ਚੋਂ ਪੁਰਸ਼ ਤੇ ਅੱਧੇ 'ਚੋਂ ਔਰਤ ਬਣੇ। ਪ੍ਰਕਿਰਤੀ ਬਿਨਾ ਪੁਰਸ਼, ਨਾਰੀ ਬਿਨਾ ਨਾਟੇਸ਼ਵਰ, ਰਾਧਾ ਬਿਨਾ ਕ੍ਰਿਸ਼ਨ ਅਧੂਰੇ ਅਧੂਰੇ ਨੇ। ਜੇ ਇਸਤਰੀ ਕਰੁਣਾਮਈ ਹੈ ਤਾਂ ਉਹ ਸਿੰਘਣੀ ਦਾ ਰੂਪ ਵੀ ਧਾਰ ਸਕਦੀ ਹੈ। ਉਸ ਦੀ ਸ਼ਕਤੀ ਮੀਰਾ ਦੇ ਪ੍ਰੇਮ ਵਿੱਚ ਵੀ ਟਪਕਦੀ ਹੈ ਤੇ ਮਹਾਰਾਣੀ ਝਾਂਸੀ ਦੀ ਤਲਵਾਰ ਵਿੱਚੋਂ ਵੀ। 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਤੋਂ ਹੀ ਭਾਰਤੀ ਔਰਤਾਂ ਨੇ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੀ ਅਗਵਾਈ ਔਰਤਾਂ 'ਚੋਂ ਰਾਣੀ ਝਾਂਸੀ ਨੇ ਕੀਤੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਗਈ 1921 ਦੀ ਨਾਮ ਮਿਲਵਰਤਨ ਲਹਿਰ ਸਮੇਂ ਪੰਜਾਬ ਵਿੱਚ ਲਾਲਾ ਲਾਜਪਤ ਰਾਏ ਦੀ ਪਤਨੀ ਰਾਧਾ ਦੇਵੀ ਇਸ ਦੀ ਮੋਢੀ ਬਣੀ। ਇਸ ਤੋਂ ਇਲਾਵਾ ਇਸ ਲਹਿਰ ਵਿੱਚ ਨਿਤਰਨ ਵਾਲੀਆਂ 'ਚ ਪੰਜਾਬ ਦੀਆਂ ਸੰਗਰਾਮਣਾ ਰਾਜਕੁਮਾਰੀ ਅੰਮ੍ਰਿਤ ਕੌਰ ਤੇ ਅਮਰ ਕੌਰ ਦੇ ਨਾਂ ਵਰਣਨਯੋਗ ਨੇ। 1942 ਵਿੱਚ ਭਾਰਤ ਛੱਡੋ ਅੰਦੋਲਨ ਆਰੰਭ ਹੋਇਆ, ਜਿਸ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ, ਪੁਸ਼ਪਾ ਗੁਜਰਾਲ ਤੇ ਬੁੱਧਵੰਤੀ ਨੂੰ ਗ੍ਰਿਫਤਾਰ ਕਰਕੇ 1 ਸਾਲ ਲਈ ਲਾਹੌਰ ਜੇਲ੍ਹ ਭੇਜਿਆ ਗਿਆ। ਹਰਨਾਮ ਕੌਰ ਤੇ ਸ਼ੰਨੋ ਦੇਵੀ ਨੂੰ ਗ੍ਰਿਫਤਾਰ ਕਰਕੇ 2 ਸਾਲ ਤੇ 6 ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ। ਇਸ ਅੰਦੋਲਨ ਵਿੱਚ ਸੀਤਾ ਦੇਵੀ ਤੇ ਅਮਰ ਕੌਰ ਤੋਂ ਇਲਾਵਾ ਸੈਂਕੜੇ ਪੰਜਾਬਣਾਂ ਨੇ ਹਿੱਸਾ ਲਿਆ। 1943 ਵਿੱਚ ਸਿੰਗਾਪੁਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਦੀ ਕਮਾਂਡ ਸੰਭਾਲੀ ਤਾਂ ਵਿਸ਼ੇਸ਼ ਤੌਰ ਤੇ ਔਰਤਾਂ ਨੂੰ ਸ਼ਾਮਿਲ ਕਰਨ ਲਈ ਰਾਣੀ ਝਾਂਸੀ ਰੈਜੀਮੈਂਟ ਖੜੀ ਕੀਤੀ ਗਈ, ਜਿਸ ਦੀ ਨਾਇਕਾ ਸਨ ਡਾਕਟਰ ਲక్ష్ਮੀ ਸਵਾਮੀਨਾਥਨ। ਇਸ ਵਿੱਚ ਵੀ ਅਨੇਕਾਂ ਪੰਜਾਬਣਾਂ ਸ਼ਾਮਲ ਹੋਈਆਂ। ਪੰਜਾਬ ਦੀਆਂ ਉਹਨਾਂ ਬਹਾਦਰ ਔਰਤਾਂ ਨੂੰ ਕੌਣ ਭੁੱਲ ਸਕਦਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਆਪਣੀਆਂ ਵਿਅਕਤੀਗਤ ਤੇ ਪਰਿਵਾਰਕ ਇੱਛਾ ਨੂੰ ਭੁੱਲ ਕੇ ਦੇਸ਼ ਨੂੰ ਆਜ਼ਾਦ ਕਰਾਉਣ ਨੂੰ ਪਹਿਲ ਦਿੱਤੀ, ਆਪਣਾ ਸੁੱਖ ਆਰਾਮ ਤਿਆਗਿਆ ਤੇ ਸੰਘਰਸ਼ ਕੀਤਾ। ਅੱਜ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਆਜ਼ਾਦੀ ਮਾਣ ਰਹੇ ਹਾਂ। ਇਹਨਾਂ 'ਚੋਂ ਕੁਝ ਨੇਤਾਵਾਂ ਨੇ ਆਜ਼ਾਦ ਭਾਰਤ ਨੂੰ ਸੁੰਦਰ ਬਣਾਉਣ ਤੇ ਉਸ ਦੇ ਵਿਕਾਸ ਲਈ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ। ਇਹ ਔਰਤਾਂ ਹਨ ਸ਼੍ਰੀਮਤੀ ਪੁਸ਼ਪਾ ਗੁਜਰਾਲ, ਸ਼੍ਰੀਮਤੀ ਸੀਤਾ ਦੇਵੀ, ਸ਼੍ਰੀਮਤੀ ਸ਼ਾਂਤੀ ਦੇਵੀ, ਸ਼੍ਰੀਮਤੀ ਬਿਮਲਾ ਡਾਂਗ ਤੇ ਸੁਸ਼ੀਲਾ ਚੈਨ। ਸੁਤੰਤਰਤਾ ਸੰਗਰਾਮ ਦੀ ਮਹਾਨ ਨਾਇਕਾ ਸ਼੍ਰੀਮਤੀ ਪੁਸ਼ਪਾਵਤੀ ਗੁਜਰਾਲ ਦਾ ਜਨਮ 1 ਜਨਵਰੀ 1900 ਨੂੰ ਪਿੰਡ ਸੰਗੋਈ, ਜ਼ਿਲ੍ਹਾ ਜੇਹਲਮ ਵਿੱਚ ਹੋਇਆ, ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ। ਆਪ ਨੇ ਸਕੂਲੀ ਵਿੱਦਿਆ 10ਵੀਂ ਤੱਕ ਪ੍ਰਾਪਤ ਕੀਤੀ। ਉੱਨੀ ਸੌ 30 ਵਿੱਚ ਜਦੋਂ ਆਪ ਦੇ ਪਤੀ ਸ਼੍ਰੀ ਅਵਤਾਰ ਨਾਰਾਇਣ ਗੁਜਰਾਲ ਸਿਵਲ ਨਾਫਰਮਾਨੀ ਦੇ ਜੁਰਮ ਵਿੱਚ ਗ੍ਰਿਫਤਾਰ ਹੋਏ, ਉਦੋਂ ਤੋਂ ਹੀ ਪੁਸ਼ਪਾ ਜੀ ਵੀ ਆਪਣੇ ਪਤੀ ਨਾਲ ਮੋਢਾ ਜੋੜ ਕੇ ਆਜ਼ਾਦੀ ਸੰਗਰਾਮ ਲਈ ਮੈਦਾਨ ਵਿੱਚ ਉਤਰ ਪਏ। ਆਪ ਨੇ ਜਲੂਸ ਕੱਢੇ, ਧਰਨੇ ਦਿੱਤੇ ਤੇ ਕਈ ਵਾਰ ਗ੍ਰਿਫਤਾਰੀਆਂ ਵੀ ਦਿੱਤੀਆਂ। ਆਪ ਦੇ ਨਾਲ ਆਪ ਦੇ 13 ਸਾਲਾ ਸੁਪੁੱਤਰ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੀਮਤੀ ਪੁਸ਼ਪਾ ਗੁਜਰਾਲ ਨੂੰ ਮੁੜ 1940 ਤੇ 1942 ਦੀ ਭਾਰਤ ਛੱਡੋ ਲਹਿਰ ਵਿੱਚ ਗ੍ਰਿਫਤਾਰ ਕਰਕੇ 6 ਮਹੀਨੇ ਲਈ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਰੱਖਿਆ ਗਿਆ। ਆਜ਼ਾਦੀ ਦੀ ਲੜਾਈ ਵਿੱਚ ਮਾਤਾ ਜੀ ਜਿਸ ਚਾਅ ਦੇ ਨਾਲ ਜੇਲ੍ਹ ਖੁਦ ਗਏ ਤੇ ਆਪਣੀਆਂ ਸਾਰੀਆਂ ਸਾਥਣਾਂ ਨੂੰ ਕਹਿਣ ਲੱਗੀ, ਆਓ ਭੈਣੋ, ਆਓ ਮੇਰੇ ਨਾਲ, ਇਤਨੇ ਉਤਸ਼ਾਹ ਦੇ ਨਾਲ ਕਿ ਮੇਰੀ ਨਨਦ ਉਸ ਵੇਲੇ ਛੋਟੀ ਜਿਹੀ ਸੀਗੀ ਗੋਦੀ ਵਿੱਚ, ਉਹਨੂੰ ਗੋਦੀ ਚੁੱਕਿਆ। ਔਰ ਇਹ ਹੈ ਕਿ ਘਰ ਕੋਈ ਦੇਖਣ ਵਾਲਾ ਨਹੀਂ ਬਾਕੀਆਂ ਬੱਚਿਆਂ ਨੂੰ, ਪਰ ਉਹਨਾਂ ਨੇ ਕਿਹਾ ਨਹੀਂ, ਇਸ ਵੇਲੇ ਮੇਰੀ ਜ਼ਰੂਰਤ ਹੈ ਇਸ ਕੰਮ ਦੀ ਤੇ ਮੈਂ ਜਾਵਾਂਗੀ। ਔਰ ਬੱਚੀ ਨੂੰ ਗੋਦੀ ਚੁੱਕ ਕੇ ਜਦ ਪਹੁੰਚੇ ਉੱਥੇ, ਉਹ ਜਾ ਕੇ ਬਿਮਾਰ ਵੀ ਹੋਈ। ਇੱਕ ਵਾਰੀ ਬਹੁਤ ਜ਼ੋਰ ਦਾ ਬੁਖਾਰ ਉਹਨੂੰ ਆਇਆ, ਲੇਕਿਨ ਬੱਚੀ ਨੂੰ ਪੁੱਛਦੇ ਨੇ ਕਿ ਉਹ ਸਾਰੇ ਕਹਿਣ ਲੱਗੇ ਕਿ ਇਹਨੂੰ ਪਰੋਲ ਤੇ ਵਾਪਸ ਲੈ ਜਾਓ, ਪਰ ਨਹੀਂ ਲੈ ਕੇ ਆਏ। ਉਹ ਬੱਚੀ ਵੀ ਕਹਿਣ ਲੱਗੀ ਨਹੀਂ, ਅਸੀਂ ਇੱਥੇ ਹੀ ਰਵਾਂਗੇ, ਜਦ ਤੱਕ ਅਸੀਂ ਆਜ਼ਾਦੀ ਨਹੀਂ ਲਵਾਂਗੇ ਅਸੀਂ ਜੇਲ੍ਹ ਦੀ ਹਵਾ ਖਾਂਦੇ ਰਵਾਂਗੇ। ਇਹ ਜਿਸ ਵੇਲੇ ਹੁਣ ਵੀ ਜਦ ਸੋਚੀਦਾ ਕਿ ਇੰਨੇ ਛੋਟੇ ਬੱਚੇ ਦੇ ਮਨ ਵਿੱਚ ਵੀ ਇੰਨਾ ਪ੍ਰਭਾਵ ਡਾਲਿਆ ਸੀ। ਔਰ ਸਿਰਫ ਆਪਣੇ ਬੱਚਿਆਂ ਨਾਲ ਨਹੀਂ, ਜਿਹੜੇ ਬੱਚੇ ਉਸ ਜ਼ਮਾਨੇ ਵਿੱਚ ਤਾਂ ਸੀਗਾ ਕਿ ਸਾਡੇ ਕਾਲਜ ਦੀਆਂ ਵੀ ਕੁੜੀਆਂ ਜੇਲ੍ਹ ਗਈਆਂ, ਔਰ ਉਹ ਦੱਸਦੀਆਂ ਹੈ ਕਿ ਮਾਤਾ ਜੀ ਨੇ
ਇਹ ਧਿਆਨ ਹੁੰਦਾ ਸੀ ਕਿ ਇਹਨਾਂ ਬੱਚਿਆਂ ਨੂੰ ਠੀਕ ਖੁਰਾਕ ਮਿਲ ਰਹੀ ਹੈ ਕਿ ਨਹੀਂ। ਪਰ ਉਹਨਾਂ ਨੂੰ ਕਹਿਣ ਕਿ ਜਿਨ੍ਹਾਂ ਨੂੰ ਨਹੀਂ ਦੁੱਧ ਮਿਲ ਰਿਹਾ, ਡਬਲ ਰੋਟੀ ਮਿਲ ਰਹੀ, ਉਹ ਮੇਰੇ ਕੋਲ ਪੈਸੇ ਤੁਸੀਂ ਲਵੋ, ਪਰ ਇਹਨਾਂ ਨੂੰ ਜ਼ਰੂਰ ਖਿਲਾਣਾ। ਇਹ ਛੋਟੀਆਂ ਛੋਟੀਆਂ ਗੱਲਾਂ ਜਿਸ ਨੂੰ ਮੈਂ ਯਾਦ ਕਰਨੀ ਤੇ ਮੈਂ ਕਹਿੰਦੀ ਹਾਂ ਕਿ ਕਿਤਨੀ ਮਹਾਨ ਆਤਮਾ ਸਨ। ਆਜ਼ਾਦੀ ਤੋਂ ਬਾਅਦ ਆਪ ਜਲੰਧਰ ਆ ਕੇ ਵਸ ਗਏ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਿਆਂ ਸ਼੍ਰੀਮਤੀ ਪੁਸ਼ਪਾ ਗੁਜਰਾਲ ਨੇ ਮਹਿਲਾ ਕਾਂਗਰਸ ਦੀ ਪ੍ਰਧਾਨ, ਜਲੰਧਰ ਮਿਊਨਿਸਪਲ ਕਮੇਟੀ ਦੀ ਮੈਂਬਰ, ਰੇਲਵੇ ਵੈਲਫੇਅਰ ਬੋਰਡ, ਰੈੱਡ ਕਰਾਸ, ਭਾਰਤੀ ਮਹਿਲਾ ਸੰਘ ਤੇ ਅਨੇਕਾਂ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਕੰਮ ਸੰਭਾਲਿਆ। ਇਸ ਤੋਂ ਇਲਾਵਾ ਬੇਸਹਾਰਾ ਇਸਤਰੀਆਂ ਲਈ ਜਲੰਧਰ ਵਿੱਚ ਨਾਰੀ ਨਿਕੇਤਨ ਦੀ ਸਥਾਪਨਾ ਕੀਤੀ, ਜਿਹੜੀ ਪੰਜਾਬ ਨੂੰ ਉਹਨਾਂ ਦੀ ਅਮੁੱਲੀ ਦੇਣ ਹੈ। ਦੋਵੇਂ ਪਤੀ ਪਤਨੀ ਜੀਵਨ ਭਰ ਇਸ ਸੰਸਥਾ ਦੀ ਸੇਵਾ ਵਿੱਚ ਜੁਟੇ ਰਹੇ। ਉਹਨਾਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਅੱਜ ਇੱਕ ਸੁੰਦਰ ਵਿਸ਼ਾਲ ਭਵਨ ਵਿੱਚ ਬਾਲਵਾੜੀ, ਨਾਰੀ ਨਿਕੇਤਨ ਤੇ ਇੱਕ ਸਕੂਲ ਬੜੇ ਸੋਹਣੇ ਢੰਗ ਨਾਲ ਚੱਲ ਰਹੇ ਨੇ। ਸੈਂਕੜੇ ਕੁੜੀਆਂ ਇਸ ਬਾਲਵਾੜੀ ਵਿੱਚ ਪਲ ਕੇ ਸੁਖੀ ਪਰਿਵਾਰਕ ਜੀਵਨ ਬਤੀਤ ਕਰ ਰਹੀਆਂ ਨੇ ਅਤੇ ਕਈ ਅਨਾਥ ਲੜਕੇ ਲੜਕੀਆਂ ਮਮਤਾਮਈ ਮਾਤਾਵਾਂ ਦੀ ਗੋਦ ਵਿੱਚ ਕਿਲਕਾਰੀਆਂ ਮਾਰ ਰਹੇ ਨੇ। ਇਹਨਾਂ ਰੁਝੇਵਿਆਂ ਤੇ ਕੁਰਬਾਨੀਆਂ ਭਰਿਆ ਜੀਵਨ ਹੋਣ ਦੇ ਬਾਵਜੂਦ ਆਪ ਬੇਹੱਦ ਹਸਮੁਖ, ਮਿਲਨਸਾਰ ਤੇ ਸਹਿਯੋਗੀ ਸਨ। ਅੱਜ ਭਾਵੇਂ ਮਾਤਾ ਪੁਸ਼ਪਾ ਜੀ ਇਸ ਦੁਨੀਆ ਵਿੱਚ ਨਹੀਂ ਨੇ, ਪਰ ਉਹਨਾਂ ਦੀ ਪ੍ਰੇਰਨਾ ਸਦਕਾ ਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਹਨਾਂ ਦੇ ਪੂਰੇ ਪਰਿਵਾਰ ਤੋਂ ਸੱਜਣਾ ਮਿੱਤਰਾਂ ਨੂੰ ਉਤਸ਼ਾਹ ਮਿਲਦਾ ਰਹਿੰਦਾ ਹੈ। ਮਾਤਾ ਜੀ ਪੁਸ਼ਪਾ ਗੁਜਰਾਲ ਬਹੁਤ ਚੰਗੇ ਸੀਗੇ, ਸਾਡੇ ਨਾਲ ਬਹੁਤ ਪਿਆਰ ਕਰਦੇ ਸੀ। ਕਦੀ ਕਦੀ ਸਾਡੇ ਨਾਲ ਗੱਲਾਂ ਕਰਦੇ ਸੀ ਤੇ ਆਜ਼ਾਦੀ ਬੜੀ ਮੁਸ਼ਕਲ ਨਾਲ ਲਈ ਆ। ਕਹਿੰਦੇ ਸੀ ਵੀ ਸਨ 40 ਦੇ ਵਿੱਚ ਇੱਕ ਵਾਰੀ ਨਾ ਤੁਹਾਡੇ ਪਿਤਾ ਜੀ ਨੂੰ, ਮਤਲਬ ਉਹਨਾਂ ਦੇ ਪਤੀ ਦੇਵ ਨੂੰ, ਉਹ ਕਹਿੰਦੇ ਆ ਵੀ ਪੁਲਿਸ ਫੜ ਕੇ ਲੈ ਗਈ। 15 ਦਿਨ ਮੈਨੂੰ ਕੋਈ ਪਤਾ ਨਹੀਂ ਲੱਗਾ, ਮੈਂ ਬਹੁਤ ਚਿੰਤਤ ਸੀ ਕਿ ਵੀ ਮੈਂ ਕਿਹਾ ਮੈਂ ਤਾਂ ਸੱਤਿਆਗ੍ਰਹਿ ਕਰਨਾ ਸ਼ੁਰੂ ਕਰ ਦੇਣਾ। ਇਸ ਕਰਕੇ ਮੇਰੇ ਜਨਾਨੀਆਂ ਬਹੁਤ ਸਾਰੀਆਂ ਇਕੱਠੀਆਂ ਹੋ ਗਈਆਂ, ਹਜ਼ਾਰਾਂ, ਅਸੀਂ ਫਿਰ ਸੱਤਿਆਗ੍ਰਹਿ ਕਰਨ ਲੱਗੀਆਂ। ਫਿਰ ਉਹ ਮੈਨੂੰ ਫੜ ਕੇ ਲੈ ਗਏ ਤੇ ਹੋਰ ਉਹ ਵਿਚਾਰੇ ਬੜੇ ਚੰਗੇ ਸੀਗੇ, ਸਾਡੇ ਨਾਲ ਬਹੁਤ ਪਿਆਰ ਕਰਦੇ ਸੀਗੇ। ਅਸੀਂ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਵੀ ਇੰਨੇ ਸਾਲ ਗੁਜ਼ਾਰੇ ਆ। ਹੁਣ ਸਾਲ 88 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ। ਤੇ ਜਿੰਨਾ ਉਹਨਾਂ ਕੋਲ ਸਾਨੂੰ ਪਿਆਰ ਮਿਲਿਆ, ਕਿਸੇ ਕੋ ਦੁਨੀਆ 'ਚ ਨਹੀਂ ਪਿਆਰ ਮਿਲ ਸਕਦਾ। ਸ਼੍ਰੀਮਤੀ ਸੀਤਾ ਦੇਵੀ ਉਹ ਜੁਝਾਰੂ ਸੁਤੰਤਰਤਾ ਸੰਗਰਾਮਣ ਹੈ ਜਿਸ ਨੇ ਆਪਣਾ ਸਾਰਾ ਜੀਵਨ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਦੇਸ਼ ਦੇ ਵਿਕਾਸ ਲਈ ਅਰਪਣ ਕੀਤਾ। ਸ਼੍ਰੀਮਤੀ ਸੀਤਾ ਦੇਵੀ ਦਾ ਜਨਮ 10 ਮਈ 1910 ਨੂੰ ਲਾਹੌਰ ਵਿਖੇ ਆਚਾर्य ਰਾਮਦੇਵ ਜੀ ਪ੍ਰਿੰਸੀਪਲ ਗੁਰੂਕੁਲ ਕਾਂਗੜੀ ਦੇ ਘਰ ਹੋਇਆ। ਆਪ ਨੇ ਵਿਦਿਆ ਗੁਰੂਕੁਲ ਦੇਹਰਾਦੂਨ ਵਿੱਚ ਪਾਈ ਤੇ ਮੁੱਖ ਅਧਿਆਪਕਾ ਬਣ ਗਏ। 1928 ਵਿੱਚ ਪ੍ਰਿੰਸੀਪਲ ਛਬੀਲ ਦਾਸ ਨਾਲ ਸ਼ਾਦੀ ਹੋਈ ਤੇ ਉਦੋਂ ਤੋਂ ਹੀ ਦੇਸ਼ ਆਜ਼ਾਦੀ ਦੇ ਸੰਘਰਸ਼ ਵਿੱਚ ਜੁਟ ਪਏ। ਆਪ ਦੇ ਮਨ ਵਿੱਚ ਦੇਸ਼ ਸੇਵਾ ਤੇ ਭਾਰਤ ਨੂੰ ਆਜ਼ਾਦ ਕਰਾਉਣ ਦੀ ਵੱਡੀ ਸਿੱਖ ਸੀ। ਮੈਨੂੰ ਯਾਦ ਆਉਂਦਾ ਪਿਆ, ਮੈਂ ਛੋਟੀ ਜਿਹੀ ਸੀ, 1942 ਦੀ ਗੱਲ ਹੈ। ਸਾਡੀ ਮਾਂ ਨੂੰ 105 ਬੁਖਾਰ ਸੀ ਉਸ ਵੇਲੇ। 8 ਅਗਸਤ ਦਾ ਦਿਨ ਸੀ ਜਦੋਂ ਮਹਾਤਮਾ ਗਾਂਧੀ ਨੇ ਅੰਗਰੇਜ਼ੋ ਭਾਰਤ ਛੋੜੋ, ਕਰੋ ਜਾਂ ਮਰੋ, ਜਿਹਨੂੰ ਕੁਇਟ ਇੰਡੀਆ ਮੂਵਮੈਂਟ ਕਹਿੰਦੇ ਨੇ, ਉਹਦਾ ਨਾਰਾ ਦਿੱਤਾ ਸੀ। ਤੇ ਲਾਜਪਤ ਰਾਏ ਭਵਨ ਲਾਹੌਰ ਵਿੱਚ ਅਸੀਂ ਰਹਿੰਦੇ ਸੀ, ਜਿਹੜਾ ਇੱਕ ਕੇਂਦਰ ਸੀ ਸਾਰੀ ਰਾਜਨੀਤਿਕ ਸਰਗਰਮੀਆਂ ਦਾ। ਸਾਡੀ ਮਾਂ ਨੂੰ ਬੁਖਾਰ ਸੀ, ਮੀਟਿੰਗ ਸੀ ਲਾਜਪਤ ਰਾਏ ਭਵਨ ਵਿੱਚ, ਸਾਰੇ ਆ ਰਹੇ ਸੀ ਕਾਰਜਕਰਤਾ। ਲੇਕਿਨ ਮੈਂ ਤਾਂ ਆਪਣੀ ਮਾਂ ਦੇ ਲਈ ਇਹ ਸ਼ਰਧਾ ਲਈ ਕਹਾਂਗੀ ਕਿ ਛੋਟੇ ਜਿਹੇ ਬੱਚੇ ਨੂੰ ਕੋਈ ਘਬਰਾਹਟ ਨਹੀਂ ਸੀ। ਪਤਾ ਸੀ ਸਾਨੂੰ ਕਿ ਇਹ ਮੀਟਿੰਗ ਹੋਏਗੀ, ਆਸ-ਪਾਸ ਇੰਨੀ ਪੁਲਿਸ ਆ ਗਈ ਸੀ, ਘੇਰਾ ਪਾ ਲਿਆ ਸੀ, ਕਿ ਸਾਨੂੰ ਵੀ ਪਤਾ ਸੀ ਕਿ ਹੁਣ ਗ੍ਰਿਫਤਾਰੀਆਂ ਹੋਣਗੀਆਂ। ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਜਿਹੜਾ ਅੰਗਰੇਜ਼ ਆਫਿਸਰ ਸੀ, ਮਿਸਟਰ ਟੇਲਰ ਸੀ ਉਹਦਾ ਨਾਮ,
ਹੱਥ 'ਚ ਉਹਨੇ ਲਿਸਟ ਪਕੜੀ ਹੋਈ ਸੀ। ਨਾਮ ਬੋਲਦਾ ਜਾਂਦਾ ਸੀ ਤੇ ਲੋਕਾਂ ਨੂੰ ਗ੍ਰਿਫਤਾਰ ਕਰਦਾ ਕੇ ਘੇਰੇ 'ਚ ਪਾਈ ਜਾਂਦਾ ਸੀ, ਲੇਕਿਨ ਉਹ ਬਾਰ-ਬਾਰ ਇੱਕੋ ਹੀ ਦੁਹਾਈ ਦਿੰਦਾ ਸੀ, शीटा देवी कहाँ है। सच पुछोगे तो उस वेले कोई घबराहट नहीं सी हो रही कि हुणे 5 मिनटां जाके साडी मां नूं गिरफ्तार कर लेंगे। गिरफ्तारी का मतलब हुंदा सी सालों साल जेलों च रहना। लेकिन सानू एक बड़ी इंपॉर्टेंस चीज़ का एहसास हो रहा सी कि अंग्रेज़ अफसर जिन्हों खैर असी बड़ी नफरत नाल देखते सी, टोडी समझ, और उन्होंने आस पास घूमन वालियां नूं भी असी टोडी समझते सी, ते वो तलाश कर रहा है शीटा देवी दी, साडी मां दी, जिहड़ी उपर सिर दे उत्ते पट्टी रखी हुई डटी हुई है। चल पे उपर गए ते डॉक्टर बैठा होया सी, असी नाल कोल खड़े सी बच्चे, मैं मेरी भैना भी। तो डॉक्टर ने क्या, उन्होंने क्या सीता देवी के नाम का वारंट। उन्हें क्या बहुत बीमार ने। मैं थोनों दसा उस वेले मैं अपनी माँ के चेहरे ते जड़ी मुस्कान देखी, मैं जिंदगी और भुला नहीं सकती, लेकिन वो शायद प्रेरणा भी है, ताकत भी है। एकदम उन्होंने क्या, अंग्रेज अफसर ने क्या, वी हैव टू अरेस्ट हर, असी एंबुलेंस बुला लेंगे। मेरी माँ उठी, उन्हें क्या नो थैंक्स, आई डोंट नीड योर एंबुलेंस। उठ गए। 1 मिनट च उन्होंने अलमारी खोली तो अपने कपड़े पाए, और शायद उन्होंने हुण आदत ही पै गई सी दबा दब कपड़े पा लैंदी, क्योंकि जेल जान की आदत सी, और सानू भी आदत सी कि साडे माँ बाप किसी वेले भी आन जेल जा चले जाएंगे। कोई घबराहट नहीं, कोई रोना नहीं। सच्ची क्रांतिकारी सी। मैनू याद है कि साडे घर जदों भी मीटिंगां हुंदियां सी, कार्यकर्ता आंदे सी, सारे लोग आंदे सी, हिंदू, मुसलमान, सिख, ईसाई। ते उत्थे कि साडी जिहड़े दादी जी सी मेरे, वो पुराने ख्यालात दे सी। उन्होंने ये हुंदा सी कि जी झूठ सूझ का ख्याल हुंदा सी, लेकिन ये उन्हां दी बड़ी वड्डी, मैं अपनी माँ की कामयाबी समझनी हाँ कि उन्होंने साडी दादी जी नूं भी विश्वास दिलाया, कन्विंस किया कि देखो ये धर्म ते मत भेदभाव कोई नहीं हुंदा, सब इंसान इक्को हुंदे। ते मैं समझनी ये बहुत बड़ा योगदान सी कौमी एकता का। आप 1932 विच कानून भंग करन कारण गिरफ्तार होए ते 1 साल की सख्त सज़ा लाहौर जेल विच भोगी। 1942 विच आप नूं मुड़ 2 साल जेल विच तसीहे दिते गए ते बाद विच आप दे पति देव प्रिंसीपल छबील दास जी अते बच्चियां समेत 1 साल लई हदबंदी हेठ रखा गया। श्रीमती सीता देवी 1946 विच लाहौर विच संयुक्त पंजाब दी विधान सभा दे मैंबर चुने गए। आज़ादी तो बाद पंजाब दी विधान सभा ते विधान कौंसल दे मैंबर रहे। 20 मार्च 1974 नूं जदों वो स्वर्गवास होए, उस वेले भी वो पार्लीमेंट विच राज सभा दे मैंबर सन। उन्होंने मजदूरां ते कामियां लई जो काम कीते वो भुलाए नहीं जा सकते। आज़ादी मिलन तो बाद कि उन्होंने औरतों की भलाई ली, क्योंकि वो सिर्फ नारा नहीं सी लगाते, विश्वास रखते सी कि मुल्क की अगर 50% आबादी औरतों की है, अगर इन्हां दी बेहतरी नहीं हुई तो मुल्क की बेहतरी नहीं हो सकती। श्रीमती शांति देवी जी प्रसिद्ध स्वतंत्रता संग्रामी लाला जगत नारायण जी की धर्म पत्नी श्रीमती शांति देवी जी भी कुर्बानी दे पिड़ विच पिछे नहीं रहे। आप अपने पति नाल अंग्रेजी साम्राज दियां काल कोठड़ियां विच रहे। जदों महात्मा गांधी जी ने हिंदुस्तान दियां औरतां नूं लड़ाई दे विच हिस्सा पाने वास्ते सद्दा दिता, ते मेरे मदर लॉ श्रीमती शांति देवी जी ने भी उहदे विच हिस्सा पाने वास्ते अपनी गिरफ्तारी दी। गिरफ्तारी के इलावा उन्हां दी गोदी दे विच 2 महीने का बच्चा सी, उस बच्चे नूं लैके
ਉਹ ਜੇਲ੍ਹ ਗਏ। ਲੋਕ ਮੈਨੂੰ ਕੈਦੀ ਕਹਿੰਦੇ ਸੀ, ਤਾਂ ਮੈਂ ਇੱਕ ਨੂੰ ਪੁੱਛਿਆ ਮੈਨੂੰ ਕੈਦੀ ਕਿਉਂ ਕਹਿੰਦੇ ਨੇ? ਕਹਿੰਦੇ ਤੂੰ ਜੰਮਦੇ ਹੀ ਕਿਉਂਕਿ ਮਾਂ ਦੇ ਨਾਲ ਜੇਲ੍ਹ ਚਲਾ ਗਿਆ, ਤਾਂ ਇਸ ਕਰਕੇ ਤੈਨੂੰ ਇਸ ਨਾਂ ਤੋਂ ਅਸੀਂ ਪੁਕਾਰਦੇ ਹਾਂ। ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪ੍ਰੈਮ ਚ ਪਾ ਕੇ ਜੇਲ੍ਹ ਜਾਂਦੇ ਸੀ ਔਰ ਉੱਥੇ ਸੰਤਰੀ ਨੂੰ ਰਿਕੁਐਸਟ ਕਰਦੇ ਸੀ ਕਿ ਮੈਂ ਆਪਣੇ ਬੱਚੇ ਦੀ ਇੱਕ ਛੋਟੀ ਜਿਹੀ ਝਲਕ ਦੇਖ ਲਵਾਂ, ਰੋਜ਼ ਜਾਣਾ ਰੋਜ਼ ਵਾਪਸ ਆਣਾ। ਤੇ ਇੱਕ ਦਿਨ ਸੰਤਰੀ ਨੇ ਕਿਹਾ ਕਿ ਇੱਥੋਂ ਤੁਹਾਡਾ ਬੱਚਾ ਲੰਘੇਗਾ ਦਾਤਨ ਕਰਨ ਵਾਸਤੇ, ਤੇ ਉਹਨਾਂ ਨੇ ਕੋਈ 1 ਮਿੰਟ ਵਾਸਤੇ ਹੀ ਆਪਣੇ ਬੱਚੇ ਨੂੰ ਲੰਘਦਿਆਂ ਦੇਖਿਆ ਤਾਂ ਉਹਨਾਂ ਨੂੰ ਤਸੱਲੀ ਹੋ ਗਈ ਔਰ ਉਹਨਾਂ ਨੇ ਇਹ ਸੋਚ ਲਿਆ ਕਿ ਕੋਈ ਗੱਲ ਨਹੀਂ, ਮੇਰਾ ਬੱਚਾ ਵੀ ਗ੍ਰਿਫਤਾਰ ਹੈ, ਮੇਰਾ ਪਤੀ ਵੀ ਗ੍ਰਿਫਤਾਰ ਹੈ, ਪਰ ਅਸੀਂ ਮਹਾਤਮਾ ਗਾਂਧੀ ਜੀ ਦੀ ਆਵਾਜ਼ ਨੂੰ ਆਪਣੇ ਕੋਲ ਰੱਖ ਕੇ, ਕਾਇਮ ਰੱਖ ਕੇ ਔਰ ਉਸ ਆਵਾਜ਼ ਨੂੰ ਬੁਲੰਦ ਰੱਖ ਕੇ ਅਸੀਂ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈਣੀ ਹੈ ਔਰ ਉਸ ਆਜ਼ਾਦੀ ਨੂੰ ਪਾਉਣ ਵਾਸਤੇ ਅਸੀਂ ਵੱਧ ਚੜ੍ਹ ਕੇ ਹਿੱਸਾ ਲਾਂਗੇ ਔਰ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਸ਼੍ਰੀਮਤੀ ਬਿਮਲਾ ਡਾਂਗ ਦਾ ਨਾਮ ਵੀ ਆਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਵਿੱਚ ਪ੍ਰਮੁੱਖ ਹੈ। ਆਪ 1926 ਵਿੱਚ ਇਲਾਹਾਬਾਦ ਵਿਖੇ ਪੈਦਾ ਹੋਏ। ਆਪ ਦਾ ਸਾਰਾ ਪਰਿਵਾਰ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਸੀ। ਆਪ ਨੇ ਆਪਣੀ ਵਿੱਦਿਆ ਲਾਹੌਰ ਦੇ ਸੰਗਰਾਮ ਸਕੂਲ ਵਿੱਚੋਂ ਪ੍ਰਾਪਤ ਕੀਤੀ, ਜਿਸ ਦੀ ਪ੍ਰਿੰਸੀਪਲ ਮਿਸ ਚਟੋਪਾਧਿਆਏ ਸੀ, ਜੋ ਮਿਸ ਸਰੋਜਨੀ ਨਾਇਡੂ ਦੀ ਭੈਣ ਸੀ। ਜਦੋਂ ਆਪ ਕਿਨਾਨਾਟ ਕਾਲਜ ਫਾਰ ਵਿਮਨ ਦੇ ਵਿਦਿਆਰਥੀ ਸਨ ਤਾਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਵਰਕਰ ਬਣੇ। ਮੈਂ ਜੀ ਜਿਸ ਵੇਲੇ ਕਾਲਜ ਦੇ ਵਿੱਚ ਗਈ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸਾਡੀ ਵਿਦਿਆਰਥੀਆਂ ਦੀ ਜਥੇਬੰਦੀ ਸੀ ਔਰ ਉਹਨਾਂ ਦੀਆਂ ਬਹੁਤ ਬੜੀਆਂ ਕਾਨਫਰੰਸਿਸ ਹੋਇਆ ਕਰਦੀਆਂ ਸਨ। ਉਸ ਜ਼ਮਾਨੇ ਦੇ ਵਿੱਚ AISF ਦੀ ਕਾਨਫਰੰਸਿਸ ਨੂੰ ਸੰਬੋਧਨ ਕਰਨ ਦੇ ਲਈ ਜਵਾਹਰ ਲਾਲ ਨਹਿਰੂ, ਸਰੋਜਨੀ ਨਾਇਡੂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਜਿਹੜੇ ਵਿਦਿਆਰਥੀ ਹਨ ਉਹ ਇਹਨਾਂ ਕਾਨਫਰੰਸਿਸ ਨੂੰ ਸੰਬੋਧਨ ਕਰਦੇ ਸੀ। ਉਸ ਜ਼ਮਾਨੇ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ। ਉਹਨਾਂ ਨੇ ਜਿਹੜਾ ਇੱਕ ਸੱਭਿਆਚਾਰਕ ਗਰੁੱਪ ਬਣਾਇਆ, ਅਸੀਂ ਉਸ ਸੱਭਿਆਚਾਰਕ ਗਰੁੱਪ ਦੇ ਵਿੱਚ ਛੋਟੀ ਉਮਰ ਦੇ ਵਿੱਚ ਕੰਮ ਕਰਦੇ ਸੀ ਔਰ ਇਨਕਲਾਬੀ ਗੀਤਾਂ ਦਾ ਇੱਕ ਜੱਥਾ ਜਿਹੜਾ ਹੈ ਇਹਨਾਂ ਕਾਨਫਰੰਸਿਸ ਦੇ ਵਿੱਚ ਜਾ ਕੇ ਆਪਣੇ ਪ੍ਰੋਗਰਾਮਸ ਜਿਹੜੇ ਦਿੰਦਾ ਸੀ। ਆਪ ਬੰਗਾਲ ਵਿਖੇ 1943 ਦੇ ਭਿਅੰਕਰ ਕਾਲ ਸਮੇਂ ਰੰਗਪੁਰ ਇਲਾਕੇ ਵਿੱਚ ਗਏ। ਉੱਥੋਂ ਵਾਪਸ ਆ ਕੇ ਆਪ ਨੇ ਲਾਹੌਰ ਵਿੱਚ ਇਹ ਨਾਰਾ ਦਿੱਤਾ, ਜੇ ਬੰਗਾਲ ਮਰ ਗਿਆ ਤਾਂ ਜੀਉ ਕੌਣ, ਤੇ ਇਸੇ ਨਾਰੇ ਹੇਠ ਫੰਡ ਤੇ ਕੱਪੜੇ ਇਕੱਠੇ ਕੀਤੇ। सन 1943 ਦੇ ਬੰਗਾਲ ਦੇ ਦੁਰਭਿਕਸ਼ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੀ ਕਿਉਂਕਿ ਉਹ ਕੋਈ ਕੁਦਰਤੀ ਕਾਲ ਨਹੀਂ ਸੀ, ਇੱਕ ਮੈਨ ਮੇਡ ਫੈਮਿਨ ਸੀ। ਆਪ ਉਸ ਵੇਲੇ ਆਜ਼ਾਦੀ ਪ੍ਰਾਪਤੀ ਲਈ ਚਲਾਏ ਜਾ ਰਹੇ ਸੱਭਿਆਚਾਰਕ ਵਿੰਗ ਦੇ ਸੰਘਰਸ਼ ਵਿੱਚ ਪੇਸ਼ ਕੀਤੇ ਜਾਂਦੇ ਗੀਤ ਗਾਉਂਦੇ ਸੀ। हमें आगे बढ़ना ही होगा, इनकलाब जिंदाबाद, हमें आगे बढ़ना ही होगा, इनकलाब जिंदाबाद, हमें आगे बढ़ना ही होगा, इनकलाब जिंदाबाद। साम्राज्यों का कांपत गैराज, साम्राज्यों का कांपत गैराज, इसे गिर कर सड़ना ही होगा, हमें आगे बढ़ना ही होगा, इनकलाब जिंदाबाद। हजारों भाई हैं भूखे, भूलो मत, भूलो मत, और लाखों के गए लब सूखे, भूलो मत, भूलो मत, आँखों में उनके लाली गए, भूलो मत, भूलो मत, और हाथ पेट सब खाली गए, भूलो मत, भूलो मत, जब तक जग में एक भी भूखा, इनकलाब जिंदाबाद, इनकलाब जिंदाबाद। हमको तो झगड़ना ही होगा, हमें आगे बढ़ना ही होगा, इनकलाब जिंदाबाद, हमें आगे बढ़ना ही होगा, इनकलाब
जिंदाबाद। ਸੁਸ਼ੀਲ ਚੈਨ। ਸ਼੍ਰੀਮਤੀ ਸੁਸ਼ੀਲ ਚੈਨ ਦਾ ਜਨਮ 1923 ਵਿੱਚ ਹੋਇਆ। 18 ਸਾਲ ਪੂਰੇ ਹੁੰਦਿਆਂ ਹੀ ਉਹ ਜੁਲਾਈ 1941 ਨੂੰ ਆਪਣਾ ਘਰ-ਬਾਰ ਛੱਡ ਕੇ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ। ਆਪ ਉਸ ਵੇਲੇ ਦੀ ਕਿਰਤੀ ਪਾਰਟੀ ਵਿੱਚ ਕੰਮ ਕਰਨ ਲੱਗ ਪਏ, ਜੋ ਆਪਣੀਆਂ ਨੀਤੀਆਂ ਅਨੁਸਾਰ ਦੇਸ਼ ਦੀ ਆਜ਼ਾਦੀ ਲਈ ਕੰਮ ਕਰ ਰਹੀ ਸੀ। जिस दिन मैं 18 साल की हुई 1 जुलाई ਨੂੰ ਉਹਦੇ ਮੈਂ ਘਰ ਛੱਡ ਦਿੱਤਾ। ਮੈਂ ਇਨਕਲਾਬੀ ਪਾਰਟੀ 'ਚ ਆ ਗਈ, ਕਿਰਤੀ ਕਮਿਊਨਿਸਟ ਪਾਰਟੀ 'ਚ। ਸਨ 41-42 'ਚ ਹਿਮਾਚਲ 'ਚ ਜ਼ਿਲ੍ਹਾ ਕਾਂਗੜਾ ਵਗੈਰਾ, ਸਿਆਲਕੋਟ, ਸ਼ੇਖੂਪੁਰਾ, ਜ਼ਿਲ੍ਹਾ ਲਾਹੌਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਸਾਰੇ ਪੰਜਾਬ ਦੇ ਵਿੱਚ ਔਰਤਾਂ ਨੂੰ ਜਾਗਰਤ ਕਰਨ ਲਈ ਇੱਕ ਅਸੀਂ ਸਭਾ ਕਾਇਮ ਕੀਤੀ, ਜਥੇਬੰਦੀ ਪੰਜਾਬ ਪ੍ਰੋਗਰੈਸਿਵ ਵਿਮਨ ਕਾਂਗਰਸ। ਉਹਦੀ ਮੈਂ ਜਨਰਲ ਸੈਕਟਰੀ ਸੀ ਪੰਜਾਬ ਦੀ। ਅਤੇ ਬੀਬੀ ਰਘਬੀਰ ਕੌਰ ਉਦੋਂ ਜੇਲ੍ਹ ਸੀ, ਉਹਨੂੰ ਪ੍ਰਧਾਨ ਚੁਣਿਆ ਗਿਆ। ਕੋਈ 100 ਦੇ ਕਰੀਬ ਔਰਤਾਂ ਇਕੱਠੀਆਂ ਹੋਈਆਂ ਲਾਹੌਰ ਦੇ ਵਿੱਚ ਜਦੋਂ ਅਸੀਂ ਇਹ ਕਮੇਟੀ ਕਾਇਮ ਕੀਤੀ। ਪਰ ਦੌਰ ਖੁਫੀਆ ਸੀ, ਕਿਰਤੀ ਕਮਿਊਨਿਸਟ ਪਾਰਟੀ ਖੁੱਲ੍ਹੇ ਤੌਰ 'ਤੇ ਸਟੇਜ 'ਤੇ ਨਹੀਂ ਸੀ ਆਉਂਦੀ। ਇਸ ਲਈ ਔਰਤਾਂ ਦੇ ਫੰਡ ਦੇ ਉੱਤੇ ਹੀ ਅਸੀਂ ਜਿਹੜਾ ਔਰਤਾਂ ਨੂੰ ਔਰਗਨਾਈਜ਼ ਕਰਨ ਦਾ ਉਦੋਂ ਅਸੀਂ ਰੱਖਿਆ ਨਿਸ਼ਾਨਾ ਸੀ। ਉੱਘੀ ਸਮਾਜ ਸੇਵਿਕਾ ਤੇ ਸੰਪਾਦਕ ਸ਼੍ਰੀਮਤੀ ਸਵਰਨ ਯਸ਼ ਦੇਸ਼ ਆਜ਼ਾਦੀ ਦੇ ਸੰਗਰਾਮ ਦੇ ਨਾਲੋਂ ਨਾਲ ਇਸਤਰੀ ਜਾਤੀ ਦੇ ਕਲਿਆਣ ਲਈ ਕੰਮ ਕਰਦੇ ਆ ਰਹੇ ਨੇ। ਸਾਡਾ ਤੇ ਇੱਕ ਵਲਵਲਾ ਸੀ ਦੇਸ਼ ਭਗਤੀ ਦਾ ਕਿ ਸਾਡਾ ਮੁਲਕ ਆਜ਼ਾਦ ਹੋਏਗਾ ਜ਼ਰੂਰ, ਇਹ ਸਾਨੂੰ ਪੱਕਾ ਵਿਸ਼ਵਾਸ ਸੀ। ਕਦੋਂ ਹੋਏਗਾ ਇਹ ਨਹੀਂ ਪਤਾ ਸੀ। ਉਹ ਦੇਸ਼ ਦੀ ਆਜ਼ਾਦੀ 'ਚ ਅਸੀਂ ਕੀ ਕਰ ਸਕਦੇ ਹਾਂ। ਸੁਦੇਸ਼ੀ ਦੀ ਲਹਿਰ ਚੱਲੀ ਉਦੋਂ, ਤੇ ਸੁਦੇਸ਼ੀ ਦੀ ਲਹਿਰ ਚੱਲੀ। ਅਸੀਂ ਕੁੜੀਆਂ ਇਹ ਸੋਚਦੀਆਂ ਸੀ ਕਿ ਜੇ ਸਾਰੇ ਕੱਪੜੇ ਜਲਾਤੇ ਤੇ ਇੰਨੇ ਕੱਪੜੇ ਖਰੀਦ ਨਹੀਂ ਸਕਦੇ, ਇਸ ਕਰਕੇ ਇੱਕ ਸੂਟ ਜਲਾਉਂਦੇ ਸੀ ਤੇ ਦੂਸਰਾ ਪਾ ਲੈਂਦੇ ਸੀ। ਖੱਦਰ, ਉਦੋਂ ਖੱਦਰ ਬੜਾ ਸਸਤਾ ਹੁੰਦਾ ਸੀ, ਲੇਕਿਨ ਲੋਕੀ ਜਿਹੜੇ ਅੰਗਰੇਜ਼ੀ ਪਸੰਦ ਸੀਗੇ ਉਹ ਖੱਦਰ ਨੂੰ ਪਸੰਦ ਨਹੀਂ ਕਰਦੇ ਸੀ। ਉਹ ਕਹਿੰਦੇ ਸੀ ਗੋਭੀ ਕਰੇਬ ਲੈ ਲਓ, ਦੂਸਰੀ ਕਰੇਬ ਲੈ ਲਓ, 6 ਆਨੇ ਗਜ਼ ਮਿਲਦੀ ਸੀ, 2 ਆਨੇ ਗਜ਼, 6 ਆਨੇ ਗਜ਼, ਔਰ ਖੱਦਰ 1.5 ਆਨੇ 2 ਆਨੇ ਗਜ਼ ਮਿਲਦਾ ਸੀ ਮੋਟਾ ਖੱਦਰ। ਉਹਦਾ ਸੂਟ ਬੜੇ ਸਸਤੇ ਹੁੰਦੇ ਸੀ, ਲੇਕਿਨ ਮਾਂ-ਬਾਪ ਡਰਦੇ ਸੀ ਕਿ ਅਸੀਂ ਖਾਦੀ ਖਰੀਦੀ। ਜਿਨ੍ਹਾਂ ਦੇ ਗੌਰਮੈਂਟ ਨੌਕਰ ਸੀਗੇ ਮਾਂ-ਬਾਪ ਲੜਕੀਆਂ ਦੇ, ਉਹ ਨਹੀਂ ਚਾਹੁੰਦੇ ਸੀ ਕਿ ਉਹ ਲੜਕੀਆਂ, ਖਾਸ ਕਰ ਲੜਕੇ ਤਾਂ ਫਿਰ ਵੀ ਨਿਕਲ ਜਾਂਦੇ ਸੀ, ਲੜਕੀਆਂ ਬਗੈਰ ਦੱਸੇ ਕਿਤੇ ਨਿਕਲ ਨਹੀਂ ਸਕਦੀਆਂ ਸੀਗੀਆਂ। ਇਸ ਕਰਕੇ ਉਹ ਚੋਰੀ ਛਿਪੇ ਜ਼ਿਆਦਾ ਕੰਮ ਕਰਦੀਆਂ ਸੀ। ਲੇਕਿਨ ਇਹ ਹੁਣ ਜਿਸ ਤਰ੍ਹਾਂ ਬਾਲ ਭਾਰਤੀ ਸਭਾ ਬਣੀ ਸੀ ਤੇ ਉਹਦੇ ਰਾਸ਼ਨ ਇਕੱਠਾ ਕਰਨਾ ਹੁੰਦਾ ਸੀ। ਇਹ ਉਸੇ ਦਿਨ ਗਵਰਨਮੈਂਟ ਚੁੱਕ ਕੇ ਲੈ ਜਾਂਦੀ ਸੀ, ਪੁਲਿਸ ਆਉਂਦੀ ਸੀ, ਜਿੰਨਾ ਰਾਸ਼ਨ ਇਕੱਠਾ ਹੁੰਦਾ ਸੀ ਲੈ ਜਾਂਦੇ ਸੀ। ਅਸੀਂ ਲੋਕੀ ਜਾ ਕੇ ਉਹ ਰਾਸ਼ਨ ਇਕੱਠਾ ਕਰਦੇ ਸੀ, ਘਰੋਂ ਘਰੀ ਜਾ ਕੇ। ਉਹ ਬਣਿਆ ਹੋਇਆ ਰਾਸ਼ਨ ਵੀ ਲਿਆਉਂਦੇ, ਦੂਸਰਾ ਵੀ ਲਿਆਉਂਦੇ ਸੀ। ਅੱਜ ਉਹ ਰਾਤੀ ਚੁੱਕ ਕੇ ਲਗਾਏ ਨੇ, ਦੂਸਰੇ ਦਿਨ ਸਵੇਰੇ ਅਸੀਂ ਫਿਰ ਪਹੁੰਚਾ ਦਿੰਦੇ ਸੀ ਰਾਸ਼ਨ, ਔਰ ਪਤਾ ਨਹੀਂ ਲੱਗਦਾ ਸੀ ਕੌਣ ਲਿਆਇਆ ਕੌਣ ਨਹੀਂ ਲਿਆਇਆ। ਇਸ ਤਰ੍ਹਾਂ ਅੰਡਰਗਰਾਊਂਡ ਜਿਹੜਾ ਕੰਮ ਹੈ ਨਾ ਉਹ ਜ਼ਿਆਦਾ ਕੀਤਾ। ਹੁਣ ਅੱਛਾ, ਦੁਰਗਾ ਭਾਬੀ ਕੋਲੋਂ ਬੜੀ ਪ੍ਰੇਰਨਾ ਮਿਲੀ। ਦੁਰਗਾ ਭਾਬੀ ਨੇ ਕਿੰਨਾ ਕੰਮ ਕੀਤਾ, ਲੇਕਿਨ ਉਹ ਬਾਹਰ ਆ ਕੇ ਨਹੀਂ ਕੀਤਾ, ਅੰਦਰੋਂ ਅੰਦਰ ਹੀ ਉਹਨਾਂ ਨੇ ਜ਼ਿਆਦਾ ਕੰਮ ਕੀਤਾ। ਔਰ ਜਿੰਨੇ ਭਗਤ ਸਿੰਘ ਦੇ ਸਾਥੀ ਸੀ ਸਾਰੇ ਇਕੱਠੇ ਸੀਗੇ, ਇਕੱਠੇ ਦੁਰਗਾ ਭਾਬੀ ਕਰਕੇ ਸੀਗੇ। ਦੁਰਗਾ ਭਾਬੀ ਨੇ ਉਹਨਾਂ ਨੂੰ ਇਕੱਠਿਆਂ ਰੱਖਿਆ ਹੋਇਆ ਸੀ। ਇਹ ਬੜੀ ਪ੍ਰੇਰਨਾ ਮਿਲੀ ਸਾਨੂੰ ਕਿ ਜੇ ਉਹ ਕੰਮ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਇਸ ਕਰਕੇ ਉਦੋਂ ਪੰਜਾਬ ਵਿੱਚ ਵੀ, ਬੰਗਾਲ ਵਿੱਚ ਵੀ, ਸਭ ਜਗ੍ਹਾ ਬਹੁਤ ਜ਼ਿਆਦਾ ਕੰਮ ਕੀਤਾ ਔਰਤਾਂ ਨੇ, ਲੇਕਿਨ ਬਾਹਰ ਘੱਟ ਆਈਆਂ। ਬਾਹਰ ਤੇ ਚੰਦ ਆਈਆਂ ਜਿਨ੍ਹਾਂ ਦੇ ਨਾਂ ਤੁਹਾਨੂੰ ਯਾਦ ਨੇ। ਜਿਨ੍ਹਾਂ ਨੇ ਅੰਦਰ ਕੰਮ ਕੀਤਾ ਉਹਨਾਂ ਦੇ ਨਾਂ ਨਹੀਂ ਹੈਗੇ।